ਸੁਣੀਏ ਸਿੱਧ ਪੀਰ ਸੁਰਨਾਥ। ਉਚਾਰਨ ਸੁਣੀਏ ਨਹੀਂ ਹੈ। ਅਸੀਂ ਜਦੋਂ ਪਾਠ ਕਰਦੇ ਹਾਂ ਨੰਨਾ ਅੱਖਰ ਵਰਤਦੇ ਹਾਂ, ਪਰ ਜੇਕਰ ਗੌਰ ਦੇ ਨਾਲ ਦੇਖਿਆ ਜਾਵੇ ਉੱਥੇ ਨੰਨਾ ਨਹੀਂ ਨਾਣਾ ਹੈ। ਸੁਣੀਏ ਸਿੱਧ ਪੀਰ ਸੁਰਨਾਥ। ਧੰਨ ਗੁਰੂ ਨਾਨਕ ਮਹਾਰਾਜ ਜੀ ਉਪਦੇਸ਼ ਕਰਦੇ ਹਨ, ਇਨਸਾਨ ਆਪਣੇ ਅੰਦਰ ਸੁਣਨ ਦੀ ਆਦਤ ਪਾ, ਕਿਉਂਕਿ ਬਹੁਤ ਔਖਾ ਹੈ ਜੀ ਸੁਣਨਾ। ਚਲੋ ਇਨਸਾਨ ਕਿਤੇ ਨਾ ਕਿਤੇ ਉਸ ਮੋਟੀਵੇਸ਼ਨ ਵੀਡੀਓ ਨੂੰ ਜਾਂ ਫਿਰ ਕੋਈ ਬੰਦਾ ਇਸ ਨੂੰ ਕਮਾਲ ਦੀ ਗੱਲ ਕਹਿੰਦਾ ਹੈ, ਉਸ ਨੂੰ ਸੁਣ ਵੀ ਲੈਂਦਾ ਹੈ ਔਖੇ ਸੌਖੇ ਹੋ। ਪਰ ਉਸ ਸੁਣੇ ਹੋਏ ਨੂੰ ਫਿਰ ਆਪਣੀ ਜ਼ਿੰਦਗੀ ਦੇ ਅੰਦਰ ਮੰਨ ਲੈਣਾ ਉਸ ਤੋਂ ਵੀ ਜ਼ਿਆਦਾ ਔਖਾ ਹੈ। ਤੁਸੀਂ ਵੇਖਣਾ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ 4 ਪੌੜੀ ਸੁਣੀਏ ਦੀ ਅਤੇ ਉਸ ਤੋਂ ਬਾਅਦ 4 ਪੌੜੀ ਮੰਨੇ ਦੀ ਉਚਾਰਨ ਕੀਤੀ ਹੈ। ਇਹੀ ਕਿ ਸੁਣਨਾ ਬਹੁਤ ਔਖਾ ਹੈ। ਇਨਸਾਨ ਔਖੇ ਸੌਖੇ ਹੋ ਕੇ ਸੁਣ ਵੀ ਲੈਂਦਾ ਹੈ, ਪਰ ਯਾਦ ਰੱਖ ਕੇ ਉਸ ਸੁਣੇ ਹੋਏ ਨੂੰ ਆਪਣੀ ਜ਼ਿੰਦਗੀ ਅੰਦਰ ਮੰਨਣਾ ਵੀ ਹੈ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ 4 ਪੌੜੀ ਸੁਣੀਏ ਦੀ, ਫਿਰ ਉਸ ਤੋਂ ਬਾਅਦ 4 ਪੌੜੀ ਮੰਨੇ ਦੀ ਉਚਾਰਨ ਕੀਤੀ। ਅਸੀਂ ਸੁਣਦੇ ਨਹੀਂ ਹਾਂ। ਇੱਕ ਗੱਲ ਯਾਦ ਰੱਖ, ਜੇਕਰ ਅੱਜ ਤੂੰ ਕਿਸੇ ਦੀ ਗੱਲ ਨੂੰ ਸੁਣਦਾ ਨਹੀਂ ਹੈ, ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੂੰ ਆਪਣੀ ਜ਼ਬਾਨ ਤੋਂ ਬੋਲੇਗਾ, ਤੇਰੀ ਗੱਲ ਤੇਰੀ ਬਾਤ ਵੀ ਕਿਸੇ ਨੇ ਨਹੀਂ ਪੁੱਛਣੀ, ਤੈਨੂੰ ਵੀ ਕਿਸੇ ਨੇ ਨਹੀਂ ਸੁਣਨਾ। ਇਸ ਕਰਕੇ ਸੁਣਨ ਦੀ ਆਦਤ ਪਾ। 4 ਪੌੜੀਆਂ ਸੁਣੀਏ ਦੀ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਇਹ ਦੱਸਿਆ ਹੈ ਕਿ ਸੁਣਨ ਦੇ ਨਾਲ ਇਨਸਾਨ ਕਿਸ ਅਵਸਥਾ ਤੱਕ ਪਹੁੰਚ ਸਕਦਾ ਹੈ। ਕਹਿਣ ਲੱਗੇ ਸੁਣੀਏ ਸਿੱਧ ਪੀਰ ਸੁਰਨਾਥ। ਜਦੋਂ ਇਨਸਾਨ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਦਾ ਹੈ, ਉਹਦੇ ਕੀਰਤਨ ਨੂੰ, ਉਹਦੀ ਕਥਾ ਨੂੰ, ਉਸ ਗੁਰਬਾਣੀ ਦੇ ਪਾਵਨ ਅਰਥਾਂ ਨੂੰ ਸਮਝਦਾ ਹੈ, ਉਸ ਤੋਂ ਬਾਅਦ ਕੀ ਹੁੰਦਾ ਹੈ ਜੀ? ਸਿੱਧ ਪੀਰ ਸੁਰਨਾਥ ਜਿਹੜੇ ਉੱਚ ਕੋਟੀ ਦੇ ਵਿਦਵਾਨ ਨੇ, ਉੱਚ ਕੋਟੀ ਦੇ ਸਿੱਧ ਜੋਗੀ ਹੋਏ ਨੇ ਦੁਨੀਆ ਦੇ ਅੰਦਰ, ਇਸ ਸੰਸਾਰ ਦੇ ਅੰਦਰ, ਉਹ ਨਾਥਾਂ ਦੇ ਨਾਥ, ਉਹ ਦੇਵਤੇ ਬਣ ਜਾਂਦੇ ਨੇ ਜੇਕਰ ਪਰਮਾਤਮਾ ਦੇ ਨਾਮ ਨੂੰ ਸੁਣਿਆ ਜਾਵੇ। ਗੁਰਬਾਣੀ ਦਾ ਵਾਕ ਹੈ, ਪ੍ਰੇਤੋ ਕੀਤੋਨ ਦੇਵਤਾ। ਪ੍ਰੇਤ ਦਾ ਅਰਥ ਹੈ ਭੂਤ, ਜਾਨੀ ਭੂਤ ਵਾਲੀ ਬਿਰਤੀ ਤੋਂ ਇਨਸਾਨ ਬਿਰਤੀ ਕਰਕੇ ਗਿਣਿਆ ਜਾਂਦਾ ਹੈ। ਜੇਕਰ ਇਨਸਾਨ ਦੇ ਅੰਦਰ ਇਨਸਾਨੀਅਤ ਨਹੀਂ, ਜੇਕਰ ਮਨੁੱਖ ਦੇ ਅੰਦਰ ਮਨੁੱਖ ਵਾਲੇ ਗੁਣ ਨਹੀਂ ਹੈ, ਦੇਵੀ ਗੁਣਾ ਵਾਲਾ ਉਹ ਬੰਦਾ ਨਹੀਂ ਹੈ, ਫਿਰ ਉਹ ਇਨਸਾਨ ਨਹੀਂ ਕਹਿਲਾਂਦਾ ਸੀ। ਤਾਂ ਹੀ ਆਖਿਆ ਸੀ ਗੁਰੂ ਨਾਨਕ ਮਹਾਰਾਜ ਜੀ ਨੇ ਕਿ ਇਸ ਸਰੀਰ ਦੇ ਉੱਤੇ ਇਹ ਖਾਲ ਹੈ, ਚਮੜਾ ਹੈ, ਗਿਣਿਆ ਤੂੰ ਅਸਲ ਦੇ ਵਿੱਚ ਸੁਰਤ ਕਰਕੇ ਕਰਤੂਤ ਕਰਕੇ ਬੰਦਾ ਜਾਣੇ। ਕਰਤੂਤ ਪਸ਼ੂ ਕੀ ਮਾਨਸ ਜਾਤ। ਕਰਤੂਤਾਂ ਕਰਕੇ ਤੂੰ ਬੰਦਾ ਹੈ ਤੇ ਕਰਤੂਤਾਂ ਕਰਕੇ ਹੀ ਤੂੰ ਅਸਲ ਦੇ ਵਿੱਚ ਪਸ਼ੂ ਹੈ। ਪ੍ਰੇਤੋ ਕੀਤੋਨ ਦੇਵਤਾ। ਉਹ ਰੱਬ ਦੀ ਵਿਚਾਰ ਨੂੰ ਜਦੋਂ ਸੁਣੇਗਾ, ਉਹਦੀ ਕਥਾ ਵਿਚਾਰਾਂ ਸੁਣੇਗਾ, ਤੇ ਤੂੰ ਪ੍ਰੇਤ ਵਾਲੀ ਬਿਰਤੀ ਤੋਂ ਦੇਵਤਾ ਬਣ ਸਕਦਾ ਹੈ, ਦੇਵੀ ਗੁਣਾ ਵਾਲਾ ਬਣ ਸਕਦਾ ਹੈ। ਇਹੀ ਗੱਲ ਮਹਾਰਾਜ ਜੀ ਨੇ ਆਖੀ ਸੀ, ਮਾਨਸ ਤੇ ਦੇਵਤੇ ਕੀਏ। ਭਾਵ ਪਹਿਲਾਂ ਭੂਤ ਵਾਲੀ ਬਿਰਤੀ ਵਾਲਾ ਇਨਸਾਨ ਸੀ, ਫਿਰ ਭੂਤ ਤੋਂ ਇਹ ਥੋੜਾ ਜਿਹਾ ਸੁਧਾਰ ਆਇਆ, ਇਨਸਾਨ ਬਣ ਗਿਆ। ਜਦੋਂ ਹੋਰ ਜ਼ਿਆਦਾ ਗਿਆਨ ਆ ਗਿਆ, ਫਿਰ ਇਨਸਾਨ ਤੋਂ ਦੇਵਤਾ ਬਣ ਜਾਂਦਾ ਹੈ, ਦੇਵੀ ਗੁਣਾ ਵਾਲਾ ਬਣ ਜਾਂਦਾ। ਪਰ ਕਦੋਂ ਸੁਣੀਏ? ਜੇਕਰ ਪਰਮਾਤਮਾ ਦੇ ਨਾਮ ਨੂੰ ਸੁਣਿਆ ਜਾਏ। ਸਾਡੇ ਘਰਾਂ ਦੀ ਜਦੋਂ ਗੱਲ ਕਰਦੇ ਹਾਂ ਜੀ, ਕਲੇਸ਼ ਹੁੰਦਾ ਹੈ, ਹਰ ਇੱਕ ਘਰ ਦੇ ਵਿੱਚ ਲੜਾਈ ਹੈ। ਆਖਿਰ ਕਦੋਂ ਤੱਕ? ਜਦੋਂ ਤੱਕ ਅਸੀਂ ਇੱਕ ਦੂਜੇ ਦੀ ਗੱਲ ਸੁਣਦੇ ਨੇ। ਭਾਵੇਂ ਉਹ ਮਾਤਾ ਦੀ ਬੱਚੇ ਦੀ ਲੜਾਈ ਹੈ, ਭਾਵੇਂ ਉਹ ਪਤੀ ਤੇ ਪਤਨੀ ਦੀ ਲੜਾਈ ਹੈ, ਅਸੀਂ ਜਦੋਂ ਲੜਾਈ ਹੁੰਦੀ ਹੈ ਇੱਕ ਦੂਜੇ ਤੋਂ ਜਿੱਤਣਾ ਚਾਹੁੰਦੇ ਹਾਂ ਕਿ ਮੈਂ ਕਿਤੇ ਹਾਰ ਨਾ ਜਾਵਾਂ ਬਹਿਸ ਦੇ ਵਿੱਚ। ਇੱਕ ਪਾਸੇ ਪਤੀ ਬੋਲਦਾ ਹੈ, ਇੱਕ ਪਾਸੇ ਪਤਨੀ ਬੋਲਦਾ, ਉਹ ਪਤਨੀ ਬੋਲਦੀ ਹੈ ਤੇ ਲੜਾਈ ਇੰਨੀ ਵੱਧ ਜਾਂਦੀ ਹੈ, ਫਿਰ ਉਹ ਰਿਸ਼ਤਾ ਆਖਿਰ ਦੇ ਵਿੱਚ ਟੁੱਟਣ ਤੱਕ ਨੌਬਤ ਆ ਜਾਂਦੀ ਹੈ। ਇਹੀ ਹਾਲਤ ਹੈ
इस संसार के 90% रिश्ते तां टुटदे ने, असी गुस्से दे विच आके बोली जांदे आ, पर एक पासे जेकर चुप कीती जावे, पति बोल रहा पत्नी चुप करे, पत्नी बोल रही है तो पति चुप करे, ये सुभाविक जी गल है। घंटे बाद 2 घंटे बाद पूरे दिन बाद उहदा गुस्सा ठंडा होएगा, तुसी उस जी नूं प्यार दे नाल समझा सकते हो, उसनूं अपनी गल सुना सकते हो, इदां नहीं इदां सी। पर जदों असी लड़ाई दे विच जित हासिल करना चाहुंदे, क्योंकि थाली दोवें हत्थ नाल बजदी है जी, जदों दोवें हत्थ मारांगे तो आवाज़ आएगी, तो जेकर एक हत्थ हवा दे विच हिलावांगे फिर आवाज़ नहीं आए। एक जी बोल लिया, एक चुप करे, दूजा बोल पिया तो फिर वो भी चुप करे। ये है असल दे विच रिश्ते नूं निभाउणा। जेकर रिश्ते नूं निभाउणा चाहुंदे हो तां तुहानूं सुनण दी आदत पएगी, नहीं तो इस दुनिया के हालात की ने, रिश्ते किवें टुटदे ने, तुहाडे सारे दे सामने है जी, कहण दी इत्थे लोड़ नहीं। इंसान असी कहंदे आ कि ਜਿਹੜੇ ਸਾਡੇ माता पिता ने वो साडी गलबात नहीं सुन रहे, उन्हां नूं दसो, वो तुहानूं प्यार करते हैं। माता पिता जी असी अपने पैरों ते खड़े हो चुके हाँ, साडी जिंदगी का फैसला है, सानूं आप लेण दिओ, सानूं पता है साडे लई की ठीक है की गलत है, असी आप जिंदगी नहीं जोना है, साडी खुशी नाल सगों तुसीं भी खुश हो। अपनी गलबात उन्हां नूं सुनाओ, वो सुनणगे, पर सुनण दा तरीका तुहाडा होएगा कि अपनी गलबात उन्हां दे सामने रखनी किवें। हुण परमात्मा दे नाम नूं सुनिया जा रहा है, सुनण दे नाल इस दुनिया दा कलेश मिट जांदा है, पाप मिट जांदे ने। ये पता लगदा है दुनिया दे अंदर किन्ने विद्वान होए, किन्ने फिलोसफर होए, उन्हां जोगियां बारे, उन्हां सिद्धां बारे, अपने इतिहास बारे, अपने शहीदां बारे, अपने गुरु बारे पता लगता है सुनन दे नाल। तो पातशाह जी ने नाम नूं सुनिया कर, सुनिए सिद्ध पीर सुरनाथ, सुनिए धरत धवल आकाश। धवल का अर्थ है जी धोल बल्द। ये गल प्रचलित है कि ये धरती एक बल्द के सिंग ते खलोती है, पर हजूर कहंदे जेकर उस परमात्मा के नाम नूं तुसी गौर दे नाल सुनोगे, गुरबाणी नूं पढ़ोगे, इतिहास नूं वचोगे, धरत धरती, आकाश वो आकाश, इन्हां बारे भी ज्ञान होएगा कि आकाश ते धरत ये असल दे विच किहदे सहारे ते टिके हैं। अगे चल के पौड़ी आएगी जी, धौल धर्म दया का पूत। ये विचार उस पंक्ति दे विच जाके करांगे, धरती किहदे सहारे ते खलोती है, ये किसी बल्द दे सिंह ते नहीं, सगों केवल ते केवल धर्म ते खलोती है। सुनिए नाम नूं सुन, धरत धवल आकाश, ये पता लग जाएगा धरत बारे, इस धरती बारे, आकाश उस आकाश बारे भी तेनों पता चल जाएगा। ज्ञान होएगा बंदे, जरा सुनन की आदत पा। सुने सिद्ध पीर सुरनाथ, सुने धरत धवल आकाश, सुने दीप लो पाताल। इन्हां दीपां बारे, लोकां बारे, पाताल बारे, जिन्ने भी इस धरती दे विच खंड ब्रह्मंड ग्रह ये सारे गिने जाते हैं। भाव यूं कहिए कि सारी समुची कायनात बारे इंसान नूं ज्ञान हो जाता है। सुनिए पहुँ न सके काल, ओहदा अर्थ है जी डरना। भाव दुनिया दे विच मौत लफज इदां दा लफज है जिसनों सुनते सार इंसान डर जाता है, कंपन शुरू हो जाता है। मौत तो हर एक बंदे नूं डर लगता है, पर जेकर उस गुरबाणी नूं पढ़ेगा, पातशाह जी दे बोल पढ़ेगा, भाई जो आया सो चल सी सब कोई आई वारिए, जो उपजो सो बिनस है परो आज के काल। गुरबाणी दे विच किन्ने शब्द ने, क्या जाना कि मरेंगे कैसा मरना होए। हुण ये पता लग जाता है मौत ओनी ही ओनी है, फिर मौत तो डर नहीं लगता भाई। फिर वो कहता है कि जदों मौत ओनी है, इस दुनिया दे विच चले जाना है, फिर घबराना कादा, डर कादा, एक ना एक दिन ते जाना है। फिर
मौत होने का डर नहीं रहिंदा, सगों वो अपने चेहरे ते एक मुस्कान लैके घूमदा है। उन्हां दुखां नूं, उन्हां गमां नूं अपनी जिंदगी दे अंदर छुपाउंदा है, इस संसार नूं हस के दिखाउंदा है। ये अजी सुनिए, पहुँ न सकै काल, मौत भी फिर उस बंदे नूं डरा नहीं सकती ਜਿਹੜਾ ਬੰਦਾ ਗੁਰਬਾਣੀ ਦੇ ਨਾਲ ਜੁੜਿਆ ਹੋਇਆ। ਇਤਿਹਾਸ ਤੁਹਾਡੇ ਸਾਹਮਣੇ ਹੈ ਜੀ। ਭਾਈ ਸਤੀਦਾਸ, ਭਾਈ ਮਤੀਦਾਸ, ਭਾਈ ਦਇਆਲਾ, ਗੁਰੂ ਅਰਜਨ ਮਹਾਰਾਜ, ਗੁਰੂ ਤੇਗ ਬਹਾਦਰ ਜੀ, ਛੋਟੇ ਸਾਹਿਬਜ਼ਾਦੇ, ਬਾਬਾ ਅਜੈ ਸਿੰਘ, ਬੰਦਾ ਸਿੰਘ ਬਹਾਦਰ। ਇਤਿਹਾਸ ਤੁਹਾਡੇ ਸਾਹਮਣੇ। ਮੌਤ ਡਰਾ ਪਰ ਆਈ? ਨਹੀਂ ਡਰਾ ਪਈ। ਸੁਣਿਆ, ਉਹ ਨਾ ਸਕਿਆ ਕਾਲ, ਉਹਨਾਂ ਨੂੰ ਪਤਾ ਹੀ ਸੀ ਕਿ ਇੱਕ ਨਾ ਇੱਕ ਦਿਨ ਜਾਣਾ ਹੈ, ਤੇ ਜਦੋਂ ਸ਼ਹੀਦ ਦਾ ਦਰਜਾ ਪ੍ਰਾਪਤ ਹੋਏਗਾ ਉਹ ਦਰਜਾ ਹੀ ਕੁਝ ਵੱਖਰਾ ਹੈ। ਇਹ ਪਤਾ ਲੱਗ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਕਾਸ। ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ, ਭਗਤਾਂ ਇਹ ਜਿਹੜੇ ਉਸ ਅਕਾਲ ਪੁਰਖ ਪਰਮਾਤਮਾ ਦੇ ਭਗਤ ਹਨ, ਸਦਾ ਵਿਕਾਸ। ਵਿਕਾਸ ਦਾ ਅਰਥ ਜੀ ਖੇੜਾ, ਚਾਓ, ਖੁਸ਼ੀ, ਆਨੰਦ। ਇਸ ਭਗਤ ਦੇ ਅੰਦਰ, ਇਹਦੇ ਚਿਹਰੇ ਤੇ ਹਮੇਸ਼ਾ ਖਿੜਾਓ ਰਹਿੰਦਾ ਹੈ, ਆਨੰਦ ਰਹਿੰਦਾ ਹੈ। ਇਹ ਹਮੇਸ਼ਾ ਖੁਸ਼ ਰਹਿੰਦਾ ਹੈ, ਕਿਉਂਕਿ ਇਹ ਪਰਮਾਤਮਾ ਦੇ ਨਾਮ ਨੂੰ ਸੁਣ ਰਿਹਾ, ਉਸ ਸੁਣੇ ਹੋਏ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਮੰਨ ਵੀ ਰਿਹਾ ਹੈ। ਨਾਨਕ ਭਗਤਾਂ ਸਦਾ, ਸਦਾ ਵਾਸਤੇ ਹਮੇਸ਼ਾ, ਇੱਕ ਦੋ ਪਲ ਦੀ ਖੁਸ਼ੀ ਨਹੀਂ, ਹਮੇਸ਼ਾ ਲਈ, ਜਦੋਂ ਤੱਕ ਇਹ ਜਿਉਂਦਾ ਹੈ ਇਹਦੇ ਚਿਹਰੇ ਤੇ ਮੁਸਕਾਨ ਰਹਿੰਦੀ ਹੈ। ਸੁਣੀਏ, ਦੁੱਖ ਪਾਪ ਕਾ ਨਾਸ਼। ਪਰਮਾਤਮਾ ਦੀ ਗੁਰਬਾਣੀ ਸੁਣਨ ਦੇ ਨਾਲ ਦੁੱਖਾਂ ਦਾ ਖਾਤਮਾ ਹੋ ਜਾਂਦਾ। ਦੁੱਖ ਪਾਪ ਕਾ ਨਾਸ਼, ਇਹ ਨਾਸ਼ ਹੋ ਜਾਂਦੇ ਨੇ, ਇਹ ਖਤਮ ਹੋ ਜਾਂਦੇ ਨੇ। ਇਹ ਕਲੇਸ਼ ਪਾਪ ਸਭ ਕੁਝ ਖਤਮ ਹੋ ਜਾਂਦੇ ਨੇ। ਸੁਣਨਾ ਬਹੁਤ ਔਖਾ ਹੈ, ਪਰ ਇਸ ਸੁਣੇ ਹੋਏ ਨੂੰ ਜੇਕਰ ਔਖੇ ਸੌਖੇ ਹੋ ਕੇ ਸੁਣ ਵੀ ਲਿਆ, ਉਸ ਨੂੰ ਮਨ ਦੇ ਅੰਦਰ ਟਿਕਾਣਾ, ਮੰਨ ਲੈਣਾ, ਇਹ ਵੀ ਬਹੁਤ ਔਖਾ ਹੈ। ਇਸੇ ਕਰਕੇ ਗੁਰੂ ਨਾਨਕ ਮਹਾਰਾਜ ਜੀ ਨੇ 4 ਪੌੜੀ ਸੁਣੀਏ ਦੀ, ਉਸ ਤੋਂ ਬਾਅਦ 4 ਪੌੜੀ ਮੰਨੇ ਦੀ ਉਚਾਰਨ ਕੀਤੀ। ਪਹਿਲਾਂ ਗੱਲ ਨੂੰ ਸੁਣ ਤੇ ਫਿਰ ਉਸ ਸੁਣੇ ਹੋਏ ਨੂੰ ਮੰਨ।